काम भाईजान शुरू करो ਲੱਖਾਂ ਤੋਂ शुरू ਹੁੰਦਾ ਤੇ ਅਰਬਾਂ ਤੇ ਜਾਂਦਾ ਹੈ। ਇਹ ਦੁਨੀਆ ਤੇ ਪਾਕਿਸਤਾਨ ਦੇ ਵਿੱਚ ਨੰਬਰ 1 ਕੰਮ ਹੈਗਾ ਮੱਝਾਂ ਦਾ। ਹਰ ਭਾਈ ਨੂੰ ਚਾਹੀਦਾ ਕਿ ਮੱਝਾਂ ਦਾ ਕੰਮ ਸ਼ੁਰੂ ਕਰੇ, ਬਿਜ਼ਨਸ ਕਰੇ। अस्सलामुअलैकुम। वालेकुम सलाम। वीर जी की हाल है तुहाडा? ठीक ठाक भाईजान, तुसीं सुनाओ? अल्हम्दुलिल्लाह। वीर जी अपना की नाम जे? मोहम्मद अहमद। अहमद साहब ਇਹ ਦੱਸੋ ਕਿ ਤੁਹਾਡੇ ਫਾਰਮ ਤੇ ਕਿੰਨੇ ਜਾਨਵਰ ਨੇ? 6 ਮੱਝਾਂ ਨੇ। 6 ਮੱਝਾਂ ਨੇ ਤੇ ਕਿਹੜੀ ਕਿਹੜੀ ਨਸਲ ਦੀਆਂ ਨੇ? 3 ਨੀਲੀ ਦੀਆਂ, 3 ਦੇਸੀ ਨੇ। ਨੀਲੀ ਤੇ ਦੇਸੀ ਵਿੱਚ ਕੀ ਫਰਕ ਪਾਇਆ ਜੇ? ਨੀਲੀ ਦੀ ਮੱਝ ਕਾਲੀ ਹੈ ਜੀ, ਸੋਹਣੀ ਹੈ ਜੀ, ਦੁੱਧ ਜ਼ਿਆਦਾ ਦਿੰਦੀ ਹੈ ਜੀ, ਚਮੜੀ ਬਰੀਕ ਹੈ ਜੀ, ਥਣਾ ਦੀ ਵੰਡ ਹੈਗੀ ਹੈ ਜੀ। ਜਿਹੜੀ ਦੇਸੀ ਮੱਝ ਹੈਗੀ ਉਹਦੀ ਚਮੜੀ ਮੋਟੀ ਹੈਗੀ ਹੈ, ਖੁਰਾਕ ਜ਼ਿਆਦਾ ਹੈ, ਦੁੱਧ ਥੋੜਾ ਦਿੰਦੀ। ਠੀਕ ਹੈ। ਤੇ ਕੀਮਤਾਂ ਵਿੱਚ ਕੀ ਫਰਕ ਜੇ? ਇਹ ਕੀਮਤ ਜੀ ਜਿਹੜੀ ਦੇਸੀ ਮੱਝ ਹੈ ਉਹ 1.5 ਪੌਣੇ 2 ਲੱਖ ਦੀ ਹੈ ਜੀ। ਜਿਹੜੀ ਨੀਲੀ ਦੀ ਮੱਝ ਹੈ ਉਹ 3 ਤੋਂ ਕਰਾਸ ਹੈਗੀ। ਅੱਛਾ, ਨੀਲੀ ਦੀਆਂ ਮੱਝਾਂ ਵਾਸਤੇ ਪਾਕਿਸਤਾਨ ਦਾ ਬਿਹਤਰੀਨ ਇਲਾਕਾ ਕਿਹੜਾ ਹੈ? ਮੱਝਾਂ ਵਾਸਤੇ ਸਾਰਾ ਇਲਾਕਾ ਸਿਆਲਕੋਟ ਵੀ ਠੀਕ ਹੈ। ਪੰਜਾਬ ਦਾ ਕੋਈ ਹਿੱਸਾ ਵੀ ਮੱਝ ਵਾਸਤੇ ਨਹੀਂ ਹੈ। ਇਹ ਸਿਆਲਕੋਟ ਦਾ ਇਲਾਕਾ ਮੱਝ ਗਰਮੀ ਨਹੀਂ ਬਰਦਾਸ਼ਤ ਕਰਦੀ, ਠੰਡਾ ਹੈਗਾ ਜੀ। ਇਹ ਮੱਝ ਵਾਸਤੇ ਬੜਾ ਅੱਛਾ ਇਲਾਕਾ ਹੈਗਾ ਤੇ ਇਹਨਾਂ ਮੱਝਾਂ ਦੀ ਪਰਵਰਿਸ਼ ਕੀਤੀ ਜਾਵੇ ਤੇ ਇਹ ਇਹਨਾਂ 'ਚ ਘਾਟਾ ਕੋਈ ਨਹੀਂ ਹੈਗਾ। ਤੇ ਨੀਲੀ ਦੀਆਂ ਮੱਝਾਂ ਖਰੀਦਣ ਵਾਸਤੇ ਕਿਹੜੇ ਇਲਾਕੇ ਵਿੱਚ ਜਾਣਾ ਚਾਹੀਦਾ ਹੈ? ਨੀਲਿਆਂ ਦੀ ਮੱਝ ਖਰੀਦਣ ਵਾਸਤੇ ਚਿਸ਼ਤੀਆਂ, ਲੁੱਡਣ, ਵਿਆੜੀ ਇਸ ਇਲਾਕੇ 'ਚ ਜਾਣਾ ਚਾਹੀਦਾ। ਅੱਛਾ, ਇਹ ਦੱਸੋ ਕਿ ਤੁਹਾਡੇ ਕੋਲ ਜਿਹੜੀਆਂ ਮੱਝਾਂ ਨੇ ਇਹਨਾਂ ਦਾ ਸੂਆ ਕਿੰਨਾ ਕਿੰਨਾ ਹੋ ਗਿਆ ਜੇ? ਇਹਨਾਂ ਕਿਸੇ ਨੂੰ 2 ਮਹੀਨੇ ਹੋਏ ਨੇ, ਕਿਸੇ ਨੂੰ ਮਹੀਨਾ ਆਇਆ ਸੂਈ ਨੂੰ। ਅੱਛਾ, ਤੇ ਦੁੱਧ ਥੱਲੇ ਕਿੰਨਾ ਕਿੰਨਾ ਜੇ? ਇਹ ਜਿਹੜੀਆਂ ਨੀਲੀ ਦੀਆਂ ਮੱਝਾਂ ਹੈਗੀਆਂ ਦੀ ਇੱਕ ਥਣ ਜਾ ਨੂੰ ਛੱਡ ਤੇ 12 ਕਿਲੋ 2 ਟਾਈਮਾਂ ਦਾ ਦੁੱਧ ਹੈ। ਦੋਵਾਂ ਟਾਈਮਾਂ ਦਾ 12 ਕਿਲੋ ਦੁੱਧ ਇੱਕ ਇੱਕ ਥਣ ਜਾ ਨੂੰ ਛੱਡ ਤੇ ਇੱਕ ਥਣ। ਹਾਂਜੀ। ਅੱਛਾ, ਇੱਕ ਥਣ ਜਾ ਵਾਸਤੇ ਕਾਫੀ ਹੈ ਜਾਂ ਘੱਟ ਹੈ? ਫਿਲਹਾਲ ਤਾਂ ਅਜੇ ਨਾ ਬੰਦਾ ਦੁੱਧ ਦਾ ਲਾਲਚ ਨਾ ਕੀਤਾ ਜਾਵੇ ਤੇ 2 ਥਣ ਅਗਲੇ ਛੱਡੇ ਜਾਵਣ ਤੇ ਜਿਹੜਾ ਜਾ ਹੈਗਾ ਉਹ ਸੁਬਾਹ ਜਦੋਂ ਮੱਝ ਛਡਾ ਸੀ ਉਦੋਂ ਮੱਝ ਦੇ ਨਾਲ ਤਿਆਰ ਹੋ ਜਾਂਦਾ। ਤੁਹਾਡਾ ਤਜਰਬਾ ਕੀ ਹੈ ਕਿ ਚਾਹ ਦੇ ਮਾਮਲੇ ਵਿੱਚ ਕੰਜੂਸੀ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਚਾਹ ਦੇ ਮਾਮਲੇ ਵਿੱਚ ਕੰਜੂਸੀ ਦੁੱਧ ਦੀ ਨਹੀਂ ਕਰਨੀ ਚਾਹੀਦੀ। ਜੀ। 4 ਮਹੀਨੇ ਤੱਕ 4 ਮਹੀਨੇ ਦੁੱਧ ਪਿਆਓ। 4 ਮਹੀਨੇ ਰਾਈ ਤੇ ਦੁੱਧ ਪਾਓ ਤਾਂ ਜਾ ਜਿਹੜਾ ਹੈਗਾ ਉਹ ਖਾਲ ਵੜੇਵਾ ਖਾਣ ਲੱਗ ਪੈਂਦਾ, ਮੋੜ ਉਹਨੂੰ ਦੁੱਧ ਨਾ ਵੀ ਛੁੱਟੇ ਤਾਂ ਕਮਜ਼ੋਰ ਨਹੀਂ ਹੋਵੇਗਾ। ਤੁਹਾਨੂੰ ਮੱਝਾਂ ਨੂੰ ਸਮਝਣ ਦਾ ਕਿੰਨੇ ਕੁ ਸਾਲਾਂ ਦਾ ਤਜਰਬਾ ਹੈ? ਸਾਡਾ ਜੀ ਬਚਪਨ ਤੋਂ ਲੈ ਤੇ ਹੁਣ ਤੱਕ ਮੱਝਾਂ ਦਾ ਹੀ ਕੰਮ ਹੈਗਾ। ਮਾਸ਼ਾਅੱਲਾ। ਮੱਝਾਂ ਦੇ ਮਾਮਲੇ ਵਿੱਚ ਕਿਹੜੀਆਂ ਬਿਮਾਰੀਆਂ ਸਾਹਮਣੇ ਆਈਆਂ ਨੇ? ਮੱਝਾਂ ਦੀ ਜੀ ਥਣਾ 'ਚ ਨਾੜਾਂ ਲੈ ਆਉਂਦੀਆਂ ਨੇ ਜੀ, ਅੰਗਿਆਰੀ ਵੱਜ ਜਾਂਦੀ, ਸਾੜੂ ਵੱਜ ਜਾਂਦਾ ਹੈ ਜੀ। ਇਹਦੇ ਵਾਸਤੇ ਮੱਝ ਨੂੰ ਸੂਮਣ ਤੋਂ ਪਹਿਲੇ ਕੋਈ 20 ਕਿਲੋ ਗੁੜ ਖਵਾਉਣਾ ਚਾਹੀਦਾ। ਇਹ ਥਣਾ ਦੇ ਮਸਲੇ ਵਾਸਤੇ? ਥਣਾ ਦੇ ਮਸਲੇ ਵਾਸਤੇ ਚਾਹ ਸੂਮਣ ਤੋਂ ਪਹਿਲੇ 1 ਮਹੀਨੇ ਤੋਂ ਪਹਿਲੇ ਮਹੀਨਾ ਰਹਿੰਦਾ ਵੇ ਉਸ ਤੋਂ ਪਹਿਲੇ 20 ਕਿਲੋ ਗੁੜ ਮਣ ਤੇ 4 ਕਿਲੋ ਮੱਝ ਨੂੰ ਦੇਸੀ ਸਰੋਂ ਦਾ ਤੇਲ ਦਿੱਤਾ ਜਾਏ। ਮੱਝ ਦਾ ਚੱਡਾ ਨਹੀਂ ਖਰਾਬ ਹੁੰਦਾ। ਚੱਡਾ ਖਰਾਬ ਨਹੀਂ ਹੁੰਦਾ? ਬਿਲਕੁਲ ਨਾ ਅੰਗਿਆਰੀ ਵੱਜੇ, ਨਾ ਸਾੜੂ, ਨਾ ਨਾੜ ਲੱਗੇ। ਵੈਰੀ ਗੁੱਡ। ਇਹ ਗੁੜ ਬਿਹਤਰੀਨ ਟੋਟਕਾ ਹੈ? ਬਿਲਕੁਲ ਜੀ, ਇਹ ਪਿਓਰ ਟੋਟਕਾ। ਤੇ ਇਹਦਾ ਦੇਣ ਦਾ ਤਰੀਕਾ ਕੀ ਜੇ? ਜਿਹੜੀ ਮੱਝ ਖਾਵੇ ਜੀ ਉਹਦੇ ਤਾਂ ਤੁਸੀਂ ਅੱਗੇ ਰੱਖੋਗੇ ਤਾਂ ਜਿਹੜੀ ਇਲੀ ਉਹ ਤਾਂ ਖਾ ਜਾਸੀ ਜੀ, ਤੇ ਜਿਹੜੀ ਨਹੀਂ ਇਲੀ ਉਹ ਸ਼ਿਕੰਜਾ ਬਣਿਆ ਹੋਵੇ ਫਾਰਮ ਦੇ ਵਿੱਚ ਤੁਹਾਡੇ ਜੀ ਬਿਲਕੁਲ ਉਹਦੇ ਵਿੱਚ ਕਰੋ, ਉਹਨੂੰ ਫਾਰਮ ਦੇ ਗੋੜ ਕੋਟ ਤੇ ਉਹਦੇ ਮੂੰਹ ਦੇ ਉਹਦੇ ਸ਼ਿਕੰਜਾ ਹੋਵੇਗਾ ਤਾਂ ਤੁਹਾਡੀ ਮੱਝ ਨੂੰ 60 ਪੇਟ ਨਹੀਂ ਲੱਗੇਗੀ ਜੀ। ਅੱਛਾ, ਮੱਝਾਂ ਦੇ ਮਸਲਿਆਂ ਦਾ ਤੁਹਾਡਾ ਵਾਵਾ ਸਾਰਾ ਤਜਰਬਾ, ਇਸ ਵਾਸਤੇ ਪੁੱਛਣ ਲੱਗਾ ਅਗਰ ਕੋਈ ਮੱਝ ਪਿੱਛਾ ਮਾਰੇ ਤੇ ਉਹਦਾ ਇਲਾਜ ਕਿੰਜ ਕਰਦੇ ਹੋ? ਉਹਦਾ ਜੀ ਇਲਾਜ ਬਿਹਤਰੀਨ ਹੈਗਾ। ਤੁਹਾਡੇ ਇਲਾਕੇ ਸਿਆਲਕੋਟ ਦੇ ਵਿੱਚ ਹੀ ਹੈਗਾ। ਜਿਹੜੀ ਆ ਬੂਟੀ ਨਹੀਂ ਹੈਗੀ ਜੀ, ਇੱਕ ਪਟੋ ਉਹਨੂੰ ਰਗੜ ਤੇ ਅੱਧਾ ਕਿਲੋ ਬੂਟੀ ਦਿਓ ਚਾਹ ਤੇ ਅੱਧੇ ਘੰਟੇ ਬਾਅਦ ਛਿੱਕੂ ਲਾ ਦਿਓ। ਜੇ ਮੱਝ ਪਿੱਛਾ ਮਾਰੇ ਤਾਂ ਨੀਲੀ ਦਾ ਬੰਦਾ ਹੀ ਨਹੀਂ। ਗਰੰਟੀ ਜ਼ਬਰਦਸਤ। ਅੱਛਾ, ਬੂਟੀ ਕਿਹੜੀ ਹੈ? ਭੰਗ ਭੰਗ ਜੀ। ਭੰਗ ਉਹ ਕਿੰਨੀ ਕੁ ਦੇਣੀ ਚਾਹੀਦੀ ਹੈ? ਅੱਧਾ ਕਿਲੋ ਤੁਸੀਂ ਤੋੜੋ ਜੀ, ਉਹਨੂੰ ਚੰਗੀ ਤਰ੍ਹਾਂ ਰਗੜੋ, ਵਿੱਚ 1 ਕਿਲੋ ਚੀਨੀ ਪਾਓ, ਉਹ ਪਤਲਾ ਕਰ ਤੇ ਮੈਂ ਇਹਨੂੰ ਨਾਲਕਾ ਨਾਲ ਪਲਟ ਦਿਓ। ਮੈਂ ਸੁਣਿਆ ਹੀ ਕਿ ਲੋਕ ਭੰਗ ਪੀ ਕੇ ਦਮਮਸਤ ਕਲੰਦਰ ਹੋ ਜਾਂਦੇ ਨੇ, ਪਰ ਤੁਸੀਂ ਕਿਹਾ ਕਿ ਭੰਗ ਮੱਝ ਨੂੰ ਪਿਓ ਤੇ ਮੱਝ ਵੀ ਏਵਨ ਹੋ ਜਾਂਦੀ। ਮੱਝ ਨੂੰ ਛਿੱਕੂ ਦਿੱਤਾ ਹੋਵੇ ਤੇ ਦਿੱਤੀ ਤੋਂ ਬਾਅਦ ਘੰਟੇ ਬਾਅਦ ਛਿੱਕੂ ਵੱਢ ਤੇ ਮੱਝ ਪਿੱਛਾ ਮਾਰੇ ਮੈਨੂੰ ਮੇਰੇ ਨਾਲ ਆ ਕੇ ਗੱਲ ਕਰੇ। ਜ਼ਬਰਦਸਤ। ਅੱਛਾ ਵੀਰ ਜੀ, ਇਹ ਵੀ ਦੱਸੋ ਕਿ ਮੱਝਾਂ ਹੀਟ ਵਿੱਚ ਨਹੀਂ ਆਉਂਦੀਆਂ। ਹਾਂਜੀ। ਉਹਨਾਂ ਨੂੰ ਹੀਟ ਵਿੱਚ ਲੈ ਕੇ ਆਉਣ ਦਾ ਕੀ ਤਰੀਕਾ ਹੈ? ਉਹਨੂੰ ਜੀ ਸੁੱਕੀ ਖਲ ਪਾਓ ਜੀ, ਗੁੜ ਪਾਓ ਜੀ, ਜਦੋਂ ਉਹ ਰੱਜੇਗੀ ਤਾਂ ਹੀਟ 'ਚ ਆ ਜਾਵੇ। ਠੀਕ ਹੈ। ਅਗਰ ਇੱਕ ਮੱਝ ਹੀਟ ਵਿੱਚ ਆਉਂਦੀ ਹੈ, ਬਣ ਜਾਂਦੀ ਹੈ, ਫਿਰ ਖਾਲੀ ਨਿਕਲਦੀ ਹੈ? ਫਿਰ ਖਾਲੀ ਨਿਕਲਦੀ ਤੇ ਜਦੋਂ ਬਣੇ ਜੀ, ਜਿਹੜੀ ਉਹਦੀ ਸਾਰ ਹੈਗੀ, ਸੂਹ ਹੈਗੀ ਹੈ ਜੀ, ਉਹਦੇ ਥੱਲੇ ਜਾਂ ਮੱਝ ਬਣੇ ਤੇ ਬਮਣ ਨਹੀਂ ਦੇਣੀ, ਦਾਤਰੀ ਗਰਮ ਕਰਤੇ ਉਹਦੀ ਸੂਹ ਦੇ ਥੱਲੇ ਲੀਕਾ ਮਾਰਨਾ ਹੈ। ਅੱਛਾ, ਅਗਰ ਮੱਝ ਫੇਰ ਖਾਵੇ ਤਾਂ ਮਲੰਗ ਨਹੀਂ। ਬੱਲੇ ਬੱਲੇ, ਜ਼ਿੰਦਾਬਾਦ। ਅੱਛਾ, ਇਹ ਵੀ ਦੱਸੋ ਕਿ ਅਗਰ ਮੱਝ ਦੀ ਦੁੰਮ ਨੂੰ ਕੀੜਾ ਲੱਗ ਜੇ ਜਾਂ ਸਾੜ ਸੂੜ ਲੱਗ ਜੇ ਤੇ ਉਹਦਾ ਟੋਟਕਾ ਕੀ ਜੇ? ਉਹਦਾ ਜੀ ਟੋਟਕਾ ਇਹ ਹੈਗਾ, ਤੇਲ ਸਰੋਂ ਦਾ ਲੈਣਾ ਹੈ, ਕੌਲੀ ਵਿੱਚ ਉਹਨੂੰ ਕਲਕਾਵਣਾ ਹੈ, ਕਲਕਾ ਤੇ ਜਿਹੜੀ ਉਹਦੀ ਦੁੰਮ ਹੈਗੀ ਹੈ
ਉਹ ਫੜ ਤੇ ਵਿੱਚ ਉਹਨੂੰ ਤੜਕਾ ਲਾਉਣਾ ਤੇ ਉਹਨੂੰ ਕਾਵਾਂ ਤੋਂ ਬਚਾਉਣਾ ਹੈ, ਉਹ ਫਿੱਟ ਹੈ। ਬੱਲੇ ਬੱਲੇ ਬੱਲੇ। ਅੱਛਾ ਇਹ ਦੱਸੋ, ਜਦੋਂ ਮੰਡੀ ਵਿੱਚ ਮੈਂ ਮੱਝ ਲੈਣ ਜਾਣਾ ਤੇ ਲੋਕਾਂ ਨੇ ਖੰਗੜੀ ਮੱਝ ਦੇ ਪਿੱਛੇ ਕੱਟਾ ਕੱਟੀ ਲਾਈ ਹੁੰਦੀ ਹੈ, ਹਾਂਜੀ। ਮੈਨੂੰ ਕਿੰਜ ਪਤਾ ਲੱਗੇਗਾ ਕਿ ਮੱਝ ਅਸਲੀ ਹੈ ਕਿ ਨਕਲੀ ਹੈ? ਉਹ ਮੱਝ ਜਿਹੜੀ ਹੈਗੀ ਉਹਨੂੰ ਤੁਸੀਂ ਚੋਵਣਾ ਹੈ। ਅੱਛਾ ਜਦੋਂ ਤੁਸੀਂ ਚੋਵੋਗੇ ਤੇ ਉਹਦਾ ਚੱਡਾ ਜਿਹੜਾ ਹੈਗਾ ਨਾ, ਜੀ। ਉਹ ਤੁਹਾਨੂੰ ਦੱਸੇਗਾ ਜੀ। ਵੀ ਮੱਝ ਨੂੰ ਖੜ ਵੱਜਾ ਹੈ ਕਿ ਮੱਝ ਐਵੇਂ। ਵੈਰੀ ਗੁੱਡ। ਅੱਛਾ ਜਿਹੜੀ ਨੀਲੀ ਦੀ ਮੱਝ ਹੈ, ਨੀਲੀ ਦੀ ਮੱਝ ਦੀਆਂ ਕੋਈ ਨਿਸ਼ਾਨੀਆਂ ਦੱਸੋ। ਨੀਲੀ ਦੀ ਮੱਝ ਧੂੰ ਕਾਲੀ ਹੋਵੇਗੀ, ਅੱਖ ਕਾਲੀ ਹੋਵੇਗੀ, ਜੀ। ਲੰਮੀ ਹੋਵੇਗੀ, ਬੰਦੇ ਦੇ ਜਿੱਤੇ ਕੱਦ ਜਿੱਤੀ ਉੱਚੀ ਹੋਵੇਗੀ, ਜੀ। ਉਹਦਾ ਸਿੰਘ ਇੰਜ ਜਾਵਾਂਗੇ ਛੱਲੇ ਤਰ੍ਹਾਂ, ਫੂਕਾ ਮਾਰੋਗੇ ਪਾਰ ਨਾ ਲੱਗੇਗਾ। ਜ਼ਬਰਦਸਤ। ਉਹ ਨੀਲੀ ਦੀ ਮੱਝ ਹੋਵੇਗੀ। ਤੇ ਅੱਗੋਂ ਬਰੀਕ ਛੋਟੀ ਤੇ ਪਿੱਛੋਂ ਮੋਟੀ ਚੌੜੀ। ਅੱਗੂ ਇੰਜ ਮਾਲੂਮ ਹੋਸੀ ਜਿਵੇਂ ਕੱਟੀ ਹੈਗੀ ਏ, ਜੀ। ਤੇ ਪਿੱਛੋਂ ਥੱਬੇ ਚ ਨਹੀਂ ਆਵਣੀ। ਜੀ ਜ਼ਬਰਦਸਤ। ਜਿਹੜਾ ਉਹਦਾ ਪੁੱਠਾ ਹੈਗਾ ਉੱਥੇ ਬਾਲ ਸੱਟੋਗੇ ਥੱਲੇ ਨਾ ਡਿੱਗੇਗਾ। ਵੈਰੀ ਨਾਈਸ। ਅੱਛਾ ਕਿਸਾਨ ਵੀਰੋ, ਇਹ ਵੀ ਦੱਸੋ ਕਿ ਜਦੋਂ ਮੱਝ ਲੈਣ ਜਾਈਦਾ ਤੇ ਮੱਝ ਦੀ ਕਿਹੜੀ ਕਿਹੜੀ ਚੀਜ਼ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ? ਮੱਝ ਦੀ ਜਿਹੜੀ ਹੈਗੀ ਚੱਡਾ, ਜੀ। ਉਹ ਧੁੰਨੀ ਤੋਂ ਲੈ ਤੇ ਸਾਰ ਤੱਕ ਹੋਵੇ। ਜੀ। ਜਿਹੜੇ ਥਣ ਹੈਗੇ ਨੇ ਉਹਦੀ ਗਿੱਠ ਦੀ ਵਿਰਲ ਹੋਵੇ। ਜੀ। ਉਹਨੂੰ ਚੋ ਨੱਪ ਤੇ ਉਹ ਫੁਆਰਾ ਨਾ ਮਾਰਦੀ ਹੋਵੇ। ਫੁਆਰਾ ਨਾ ਮਾਰਦੀ ਹੈ। ਫੁਆਰਾ ਨਾ ਮਾਰਦੇ ਧਾਰ ਆਈ ਹੋਵੇ, ਸਰਲਾਟਾ ਕੱਢੇ ਚੀਚੀ ਤਰ੍ਹਾਂ ਆਈ ਥੱਲੇ ਡਿੱਗੇ। ਫੁਆਰਾ ਮਾਰੇ ਤੋਂ ਮੱਝ ਨਾ ਲਓ, ਬੇਕਾਰ ਹੈ। ਅੱਛਾ ਜਿੰਨੇ ਮੂੰਹ ਓਨੀਆਂ ਗੱਲਾਂ। ਹਾਂਜੀ। ਹਰ ਬੰਦਾ ਮੱਝ ਦੇ ਦੁੱਧ ਵਧਾਉਣ ਦੇ ਵੱਖਰੇ ਵੱਖਰੇ ਨੁਸਖੇ ਦੱਸਦਾ ਹੈ, ਹਾਂਜੀ। ਤੁਸੀਂ ਵੀ ਕੋਈ ਦੱਸੋ। ਜਦੋਂ ਮੱਝ ਸੂਵੇ ਜੀ। ਉਹਨੂੰ ਗੁੜ 10 ਕਿਲੋ ਜੀ। ਡੇਲੀ ਤੋਂ ਕਿਲੋ ਗੁੜ ਦਾ ਜੀ। ਖਵਾਉਣਾ ਹੈ। ਜੀ। ਉਹਨੂੰ 1 ਕਿਲੋ ਗੁਲਕੰਦ ਦੇਣੀ ਦੁੱਧ ਚੋਂ ਉਬਾਲ ਤੇ, ਉਹਦੇ ਨਾਲ ਉਹ ਆਟਾ ਸੁੱਟੇਗੀ। ਜੀ। ਬਿਲਕੁਲ ਸਾਫ਼ ਹੋ ਜਾਸੀ। ਆਟਾ ਸੁੱਟਦੇ ਜਿੱਤੀ ਖੁਰਾਕ ਪਾਸ ਹੋਤਾ ਦੁੱਧ ਦੇ ਸੀ। ਜ਼ਬਰਦਸਤ। ਅੱਛਾ ਖੁਰਾਕ ਵਿੱਚ ਕੋਈ ਕੋਈ ਖਲ ਕਹਿੰਦਾ ਹੈ, ਕੋਈ ਰੋਟੀ ਕਹਿੰਦਾ ਹੈ, ਕੋਈ ਕਰਾ ਕਹਿੰਦਾ ਹੈ, ਕੋਈ ਵੰਡਾ ਕਹਿੰਦਾ ਹੈ, ਤੁਸੀਂ ਕੀ ਰਿਕਮੈਂਡ ਕਰਦੇ ਹੋ? ਇੱਥੇ ਜੀ ਮੱਝ ਨੂੰ ਕੌੜੀ ਮਿੱਠੀ ਖਲ ਜੀ। ਤੇ 1 ਕਿਲੋ ਕੌੜੀ ਤੇ 1 ਕਿਲੋ ਵੰਡੇ ਦਾ 3 ਕਿਲੋ ਬੇ ਤੇ ਟਾਈਮ ਦਾ ਪਾਈ ਰੱਖੋ। ਜੀ। ਮੱਝ ਦੁੱਧ ਦਾ ਨਹੀਂ ਦਸਾਂ ਕੱਟੇ। ਤੁਹਾਡੇ ਤਜਰਬੇ ਵਿੱਚ ਕੀ ਤੁਹਾਡਾ ਤਜਰਬਾ ਕਹਿੰਦਾ ਕਿ ਮੱਝ ਨੂੰ ਖੁੱਲਾ ਰੱਖਣਾ ਚਾਹੀਦਾ ਜਾਂ ਬੰਨ੍ਹ ਕੇ ਰੱਖਣਾ ਚਾਹੀਦਾ? ਮੱਝ ਜੇ ਫਾਰਮ ਹੋਵੇ ਖੁੱਲਾ ਜੀ। ਤੇ ਮੱਝ ਜਿਹੜੀ ਹੈਗੀ ਥੋੜੀ ਲਿਆਰੀਆਂ ਹੈਗੀਆਂ ਨੇ, ਉਹ ਇੱਕ ਸਾਈਡ ਤੇ ਹੁੰਦੀ, ਜਿਹੜੀ ਬਾਕੀ ਦਿਨ ਉਹ ਖੁੱਲੀਆਂ ਹੀ ਉਹ ਖੁੱਲੀਆਂ। ਉਹ ਖੁੱਲੀਆਂ। ਮੱਝਾਂ ਦੇ ਜਾਹ ਨੇ ਜਿਹੜੇ, ਇਹਨਾਂ ਨੂੰ ਆਮ ਤੌਰ ਤੇ ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ? ਮੱਝਾਂ ਦਾ ਜਾ ਜਿਹੜੇ ਹੁੰਦੇ ਨੇ, ਉਹਨਾਂ ਨੂੰ ਜਦੋਂ ਮੱਝ ਸੂੰਦੀ ਹੈ ਉਹਨੂੰ ਮਿੱਟੀ ਤੋਂ ਬਚਾਉਣਾ ਹੈ। ਮਿੱਟੀ ਤੋਂ ਬਸ ਉਹਨੂੰ ਵੇਖ ਕੇ ਬਿਮਾਰੀ ਲੱਗਦੀ। ਜਦੋਂ ਮਿੱਟੀ ਖਾਂਦੀ ਸਿਆਲਕੋਟ ਜਾ ਮਰ ਜਾਂਦਾ, ਮਲੱਪ ਪੈ ਜਾਂਦੇ ਨੇ। ਮਲੱਪ ਪੈ ਜਾਂਦੇ ਨੇ ਉਹਦੇ ਅੰਦਰ ਚ, ਉਹ ਮਰ ਜਾਂਦਾ। ਤੇ ਮਿੱਟੀ ਖਾਣ ਤੋਂ ਬਚਾਉਣ ਵਾਸਤੇ ਕੀ ਤਰੀਕਾ ਕਰਨਾ ਚਾਹੀਦਾ? ਖਾਣ ਤੋਂ ਬਚਾਉਣ ਵਾਸਤੇ ਥੱਲੇ ਕੁਤਰਾ ਹੋਵੇ ਜਾਂ ਫਰਸ਼ ਹੋਵੇ। ਜੀ। ਜਦੋਂ ਜਾ ਨੂੰ ਛੱਡਣਾ ਹੈ ਮੱਝ ਦੇ ਥੱਲੇ ਇੱਕ ਜਿਹੜੀ ਸਰੰਜ ਤੇਲ ਦੀ ਹੈਗੀ ਨੇ ਸ਼ਾਮ ਨੂੰ, ਜੀ। ਉਹ ਉਹਦੇ ਮੂੰਹ ਚ ਮਾਰਨੀ। ਉਸ ਤੋਂ ਬਾਅਦ ਉਹਨੂੰ ਜਿਹੜਾ ਦੁੱਧ ਛੱਡਣਾ ਹੈ ਉਹ ਛੱਡੋਗੇ ਤਾਂ ਤੁਸੀਂ ਉਹ ਫਲ ਪੋਸ਼ ਕਰੇਗਾ, ਦਿਨਾਂ ਦੇ ਵਿੱਚ ਤਿਆਰ ਹੋ ਜਾਵੇ। ਕਿਸਾਨ ਵੀਰੋ ਇਹ ਵੀ ਦੱਸੋ ਕਿ ਇੱਕ ਮੱਝ ਤੇ ਰੋਜ਼ ਦਾ ਕਿੰਨਾ ਖਰਚਾ ਆਉਂਦਾ ਤੇ ਮੁਨਾਫਾ ਕਿੰਨਾ ਲੱਭ ਜਾਂਦਾ ਹੈ? ਇੱਕ ਮੱਝ ਤੋਂ ਤੁਸੀਂ 5 ਕਿਲੋ ਵੰਡਾ ਪਾਓਗੇ ਨਾ, ਜੀ, ਤੇ ਉਹ 12 ਕਿਲੋ ਦੁੱਧ ਦੇਵੇਗੀ। ਜੀ। 14 ਕਿਲੋ। ਜੀ। ਤੇ ਉਹਦਾ ਖਰਚਾ ਤਕਰੀਬਨ 300 ਤੱਕ ਬਣੇਗਾ। 300 ਤੱਕ ਬਣੇਗਾ। ਬਾਕੀ ਫਾਇਦਾ ਹੀ ਫਾਇਦਾ ਹੈ। ਫਾਇਦਾ ਹੀ ਫਾਇਦਾ। ਅੱਛਾ ਨੀਲੀ ਦੀ ਮੱਝ ਆਮ ਤੌਰ ਤੇ ਕਿੰਨੇ ਕੁ ਮਹੀਨੇ ਦੁੱਧ ਦੇ ਛੱਡਦੀ ਹੈ? ਨੀਲੀ ਦੀ ਮੱਝ 10 ਮਹੀਨੇ ਦੁੱਧ ਦੇ ਛੱਡਦੀ ਹੈ, ਖੁੱਲਾ ਦੁੱਧ। ਉਸ ਤੋਂ ਬਾਅਦ ਬਣ ਜਾਵੇ ਤਾਂ ਸੂਮਣ ਤੋਂ 2 ਮਹੀਨੇ ਪਹਿਲੇ ਤੱਕ ਉਹ ਮਿਲੇਗੀ। ਵੈਰੀ ਗੁੱਡ। ਅੱਛਾ ਬਾਅਦ ਲੋਕ ਕਹਿੰਦੇ ਨੇ ਕਿ ਸਰਦੀਆਂ ਦੇ ਮੌਸਮ ਵਿੱਚ ਮੱਝ ਨੂੰ ਨਹਾਓ ਤੇ ਮੱਝ ਦੁੱਧ ਘਟਾ ਜਾਂਦੀ ਹੈ, ਤੁਸੀਂ ਕੀ ਕਹਿੰਦੇ ਹੋ? ਮੱਝ ਨੂੰ ਜਦੋਂ ਤੁਸੀਂ ਧੁੱਪ ਨਿਕਲੇ ਤਾਜ਼ੇ ਪਾਣੀ ਨਾਲ ਨਵਾਸੋ ਤਾਂ ਮੱਝ ਦੁੱਧ ਨਹੀਂ ਘਟਾਵੇਗੀ। ਵੈਰੀ ਗੁੱਡ। ਧੁੱਪ ਦੇ ਬੰਨੋ ਧੁੱਪ ਨਿਕਲੀ ਹੋਏ ਤੇ ਤਾਜ਼ਾ ਪਾਣੀ ਠੰਡਾ ਨਹੀਂ ਅੱਡਾ ਹੁੰਦਾ। ਨਹੀਂ ਠੰਡਾ, ਕਿਉਂਕਿ ਸਫਾਈ ਤੇ ਮੇਰਾ ਖਿਆਲ ਹੈ ਲਾਜ਼ਮੀ ਚੀਜ਼ ਹੈ। ਨਹੀਂ ਜੀ, ਸਫਾਈ ਇਹਦੇ ਵਿੱਚ ਕੰਜੂਸੀ ਨਹੀਂ ਵਰਤਣੀ ਚਾਹੀਦੀ। ਠੀਕ ਹੈ। ਅੱਛਾ ਇਹ ਦੱਸੋ ਗਰਮੀਆਂ ਵਿੱਚ ਮੱਝ ਨੂੰ ਪਾਲਣਾ ਸੌਖਾ ਹੈ ਜਾਂ ਸਰਦੀਆਂ ਵਿੱਚ? ਮੱਝ ਜੀ ਸਰਦੀਆਂ ਦੇ ਵਿੱਚ ਪਾਲਣ ਸੌਖੀ ਹੈਗੀ। ਗਰਮੀਆਂ ਦੇ ਵਿੱਚ ਜਿਹੜੀ ਮੱਝ ਹੈਗੀ ਉਹਦੇ ਵਾਸਤੇ ਛੱਪੜ ਹੋਣਾ ਜ਼ਰੂਰੀ ਹੈ। ਜੀ। ਸਾਫ਼ ਛੱਪੜ ਹੋਵੇ, ਉਹਦੇ ਵਿੱਚ ਮੱਝ 3 ਤੋਂ 4 ਵਾਰੀ ਨਹਾਵੇ ਤਾਂ ਬਰਦਾਸ਼ਤ ਕਰਦੀ। ਤੁਸੀਂ ਕੀ ਗਰੰਟੀ ਨਾਲ ਦਾਅਵਾ ਕਰਦੇ ਹੋ ਕਿ ਮੱਝਾਂ ਦਾ ਕੰਮ ਕਿੰਨਾ ਕੁ ਚੰਗਾ ਹੈ? ਮੱਝਾਂ ਦਾ ਵੀ ਬਹੁਤ ਚੰਗਾ ਕੰਮ ਹੈ। ਲੱਖਾਂ ਤੋਂ ਸ਼ੁਰੂ ਨਾਲ ਤੇ ਅਰਬਾਂ ਦੇ ਪੜਦਾ ਹੈ। ਮਾਸ਼ਾਅੱਲਾ ਮਲਟੀਪਲਾਈ ਹੁੰਦਾ ਜਾਂਦਾ ਹੈ। ਠੀਕ। ਅੱਛਾ ਇਹ ਦੱਸੋ ਕਿ ਫਿਰ ਮੱਝਾਂ ਦਾ ਕੰਮ ਔਖਾ ਹੈ ਕਿ ਸੌਖਾ ਹੈ? ਸੌਖਾ ਹੈ ਜੀ। ਕਿੰਨੀਆਂ ਕੁ ਮੱਝਾਂ ਤੋਂ ਕੰਮ ਦਾ ਆਗਾਜ਼ ਕਰਨਾ ਚਾਹੀਦਾ ਹੈ? 5 ਮੱਝਾਂ ਤੋਂ ਸ਼ੁਰੂ ਕਰੋਗੇ ਨਾ ਜੀ, ਤੇ ਅਗਲੇ ਸਾਲ ਤੁਸੀਂ 10 ਲਾਓਗੇ। ਮਾਸ਼ਾਅੱਲਾ। 5 ਹੈਗੀਆਂ ਤੇ 5 ਤਾਂ ਤੁਹਾਡੇ ਨਾਲ ਯਾਰ ਰਲ ਜਾਣੇ ਨੇ ਤੇ 5 ਤੁਸੀਂ ਹੋਰ ਲੈ ਸਕਦੇ। 5-4 ਸਾਲਾਂ ਦੇ ਵਿੱਚ ਤੁਹਾਡਾ 200 ਮੱਝ ਦਾ ਫਾਰਮ ਤਿਆਰ ਹੋ ਜਾਣਾ। ਸਾਰੀ ਦੁਨੀਆ ਤੋਂ ਤੁਹਾਡੇ ਭਰਾ ਤੁਹਾਡੇ ਵੀਰ ਤੁਹਾਨੂੰ ਵੇਖਦੇ ਪਏ ਨੇ, ਉਹ ਮੱਝਾਂ ਦੀ ਫਾਰਮਿੰਗ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਮਸ਼ਵਰਾ ਕੀ ਦੋਗੇ? ਮਸ਼ਵਰਾ ਜੀ ਮੱਝ ਤੋਂ ਵੱਡਾ ਬਿਜ਼ਨਸ ਹੀ ਕੋਈ ਨਹੀਂ। ਜ਼ਬਰਦਸਤ। ਚੰਗਾ ਕੰਮ ਹੈ। ਚੰਗਾ ਕੰਮ ਨੇ। ਵੀਰ ਜੀ ਯਕੀਨ ਮੰਨੋ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਨੇ। ਅੱਲਾਹ ਤਾਲਾ ਦੀ ਜ਼ਾਤ ਤੁਹਾਡੇ ਤੇ ਕਰਮ ਕਰੇ, ਤੁਹਾਡੇ ਵਾਸਤੇ ਆਸਾਨੀਆਂ ਫਰਮਾਏ। ਤੁਹਾਡੀ ਵਾਹਵਾ ਸਾਰੀ ਮਿਹਰਬਾਨੀ। ਆਮੀਨ।
ਯਾਰ ਜ਼ਬਰਦਸਤ, ਅੱਲਾ ਦੀ ਕਸਮ ਹੈ। ਕੰਮ ਭਾਈਜਾਨ ਸ਼ੁਰੂ ਕਰੋ, ਲੱਖਾਂ ਤੋਂ ਸ਼ੁਰੂ ਹੁੰਦਾ ਤੇ ਅਰਬਾਂ ਤੇ ਜਾਂਦਾ ਹੈ। ਇਹ ਦੁਨੀਆ ਤੇ ਪਾਕਿਸਤਾਨ ਦੇ ਵਿੱਚ ਨੰਬਰ 1 ਕੰਮ ਹੈਗਾ ਮੱਝਾਂ ਦਾ। ਹਰ ਭਾਈ ਨੂੰ ਚਾਹੀਦਾ ਕਿ ਮੱਝਾਂ ਦਾ ਕੰਮ ਸ਼ੁਰੂ ਕਰੇ, ਬਿਜ਼ਨਸ ਕਰੇ।